ਕਿ ਸਿਟੀ ਨੀਡਸ ਇੱਕ ਐਨਜੀਓ ਨਹੀਂ ਹੈ। ਹਰ ਜਗ੍ਹਾ ਤੇ ਜਿੱਥੇ ਅਸੀਂ ਲਿਖਦੇ ਹਾਂ ਸਿਟੀ ਨੀਡਸ ਐਨਜੀਓ ਸਿਟੀ ਨੀਡਸ, ਫਿਰ ਉਹ ਕੀ ਹੈ? ਸਿਟੀ ਨੀਡਸ ਨੇ ਇੱਕ ਵੈਬਸਾਈਟ ਬਣਾਤੀ ਹੈ। ਅਸੀਂ ਆਪਣੇ ਆਪ ਦੇ ਵਿੱਚ ਇੱਕ ਸਿਰਫ ਸਰਵਿਸ ਪ੍ਰੋਵਾਈਡਰ ਆ ਜਿਹੜਾ ਕਿ ਐਨਜੀਓਜ਼ ਨੂੰ ਡੋਨਰ ਦੇ ਨਾਲ ਔਰ ਵੋਲੰਟੀਅਰ ਦੇ ਨਾਲ ਜੋੜਦਾ। ਹੁਣ ਅਸੀਂ ਬਲੱਡ ਦੇਣਾ, ਕਿਤਾਬਾਂ ਦੇਣੀਆਂ, ਖਾਣਾ ਦੇਣਾ, ਕੱਪੜਾ ਦੇਣਾ, ਜਾਂ ਸਾਨੂੰ ਚਾਹੀਦੀ ਹੈ ਮਦਦ ਚਾਹੀਦੀ ਹੈ, ਦੋਵਾਂ ਦਾ ਇੱਕ ਬ੍ਰਿਜ ਬਣ ਗਿਆ ਥਰੂ ਟੈਕਨੋਲੋਜੀ ਕਿ ਜਿਹਨੂੰ ਜੋ ਚਾਹੀਦਾ ਉਹ ਵੀ ਦੱਸ ਸਕਦਾ ਤੇ ਜਿਹੜਾ ਬੰਦਾ ਜੋ ਆਫਰ ਕਰ ਰਿਹਾ ਹੈ ਉਹ ਵੀ ਦੱਸ ਸਕਦਾ। ਪ੍ਰੋਫਿਟੇਬਿਲਿਟੀ ਇਜ਼ ਨਾਟ ਦ ਟਾਰਗੇਟ ਆਊਟ ਆਫ ਇਟ, ਦ ਟਾਰਗੇਟ ਇਜ਼ ਕਿ ਐਨਜੀਓਜ਼ ਜਿਹੜੇ ਹੈਗੇ ਉਹ ਆਪਣਾ ਸਮਾਨ ਲੈ ਕੇ ਆਉਣ, ਉਹ ਸਮਾਨ ਉਹਨੂੰ ਉੱਥੇ ਬਣਾਉਣ, ਸੈਲ ਕਰਨ, ਔਰ ਅਲਟੀਮੇਟਲੀ ਅਸੀਂ ਇਹੀ ਚਾਹੁੰਦੇ ਹਾਂ ਕਿ ਉਹ ਡੋਨੇਸ਼ਨਸ ਤੋਂ ਹਟ ਕੇ ਹੌਲੀ ਹੌਲੀ ਸਮਾਨ ਦੇ ਵਿੱਚੋਂ ਇੰਨਾ ਕੁ ਰੈਵਨਿਊ ਸਟਰੀਮ ਜਨਰੇਟ ਕਰਨ ਕਿ ਉਹਨਾਂ ਦੇ ਆਪਰੇਸ਼ਨਸ ਜਿਹੜੇ ਹੈ ਉਹ ਸੈਲਫ ਸਸਟੇਨਡ ਦੇ ਮਾਡਲ ਤੇ ਉਹ ਚੱਲ ਵੀ ਪੈਣ। ਅਸੀਂ ਬੀਇੰਗ ਐਜ਼ ਏ ਮੀਡੀਆ ਪਰਸਨੈਲਿਟੀਜ਼ ਹੋ ਕੇ ਸਾਨੂੰ ਵੀ ਅੱਜ ਤੱਕ ਇਹੀ ਸੀਗਾ, ਅਸੀਂ ਇੱਕ ਐਨਜੀਓ ਦੇ ਆਰਗੇਨਾਈਜ਼ਰ ਹੈਗੇ, ਅਸੀਂ ਉਹਨਾਂ ਦੀ ਇੰਟਰਵਿਊ ਲੈ ਰਹੇ ਹਾਂ। ਮੈਨੂੰ ਤਾਂ ਉਲਟਾ ਇਹ ਲੱਗ ਰਿਹਾ ਕਿ ਮੈਂ ਇਹ ਵਾਲਾ ਪਾਰਟ, ਜਿਵੇਂ ਉਹ ਕਪਿਲ ਸ਼ਰਮਾ ਸ਼ੋਅ 'ਤੇ ਕਹਿੰਦੇ ਨੇ, ਕੱਟ ਕਰਾ ਦੂੰਗਾ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਸਾਨੂੰ ਹੀ ਨਹੀਂ ਪਤਾ ਤੇ ਬਾਕੀਆਂ ਨੂੰ ਕੀ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇਸ ਵਾਰ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਅਤੇ ਅੱਜ ਦਾ ਜਿਹੜਾ ਸਾਡਾ ਤੁਹਾਡੇ ਨਾਲ ਰੂਬਰੂ ਹੋਣ ਦਾ ਮਕਸਦ ਹੈਗਾ, ਟੌਪਿਕ ਹੈਗਾ, ਉਹ ਹੈ ਐਨਜੀਓਸ। ਜੀ ਹਾਂ, ਬਹੁਤ ਲੰਬੇ ਸਮੇਂ ਤੋਂ, ਖਾਸ ਕਰਕੇ ਕੋਵਿਡ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਨਵਾਂ ਅਸੀਂ ਦੇਖਿਆ ਤਬਦੀਲੀਆਂ ਹੋਈਆਂ, ਬਹੁਤ ਸਾਰੇ ਨਵੇਂ ਲੋਕਾਂ ਨੂੰ ਜਾਣਨ ਦਾ ਮੌਕਾ ਮਿਲਿਆ। ਇਹ ਸਾਰਿਆਂ ਦੇ ਵਿੱਚ ਅਸੀਂ ਇੱਕ ਲੁਧਿਆਣਾ ਸ਼ਹਿਰ ਦੀ ਨਵਜ਼ ਬਣ ਚੁੱਕੀ ਇੱਕ ਐਨਜੀਓ ਹੈਗੀ ਹੈ ਸਿਟੀ ਨੀਡਸ। ਸੋ ਅਸੀਂ ਪਹੁੰਚੇ ਹਾਂ ਅੱਜ ਸਿਟੀ ਨੀਡਸ ਦੇ ਮਨਮੀਤ ਦੀਵਾਨ ਜੀ ਕੋਲ, ਜਿਹੜੇ ਬਹੁਤ ਅਗਰੈਸਿਵਲੀ ਕੰਮ ਕਰ ਰਹੇ, ਬਹੁਤ ਰੈਗੂਲਰ ਕਹਿ ਲਓ। ਇੱਕ ਨਿਸ਼ਪਕਸ਼ ਜਦ ਦਾ ਕੋਵਿਡ ਸ਼ੁਰੂ ਹੋਇਆ ਉਦੋਂ ਤੋਂ ਫਿਰ, ਚਾਹੇ ਉਹ ਡਾਕਟਰਸ ਦੇ ਲਈ ਡਾਕਟਰਸ ਦੇ ਨਾਲ ਰਾਏ ਸੀਗੀ ਜਾਂ ਕੁਛ ਵੀ ਸੀਗਾ, ਲੋਕਾਂ ਤੱਕ ਹੈਲਪ ਪਹੁੰਚਾਉਣੀ, ਵੈਕਸੀਨੇਸ਼ਨ ਕੈਂਪਸ ਲਗਵਾਉਣੇ, ਜਿੱਥੇ ਸਾਰੇ ਲੋਕ ਆਪਣੇ ਆਪਣੇ ਘਰਾਂ 'ਚ ਬੈਠੇ ਸੀ। ਸੋ ਇਹ ਉਹ ਸ਼ਖਸ ਹੈਗੇ ਜਿਹੜੇ ਸਿਟੀ ਨੀਡਸ ਐਨਜੀਓ ਦੇ ਥਰੂ ਲੋਕਾਂ ਤੱਕ ਹਰ ਜੋ ਸਮੇਂ ਦੀ ਰਿਕੁਆਇਰਮੈਂਟ ਸੀ ਉਹਦੇ ਵਿੱਚ ਉਹਨੂੰ ਪਹੁੰਚਾਉਣ ਦਾ, ਉਹ ਮੈਸੇਜ ਦੇਣ ਦਾ ਔਰ ਉਹ ਫੈਸਿਲੀਟੇਟ ਕਰਨ ਦਾ ਜਿਹੜਾ ਇਹਨਾਂ ਨੇ ਇੱਕ ਆਪਣੇ ਕਾਰੋਬਾਰ ਸੰਭਾਲਿਆ ਜਾਂ ਇੱਕ ਜ਼ਿੰਮੇਵਾਰੀ ਨਿਭਾਈ। ਸੋ ਜਾਣਦੇ ਹਾਂ, ਗੱਲਬਾਤ ਕਰਦੇ ਹਾਂ ਮਨਮੀਤ ਦੀਵਾਨ ਜੀ ਨਾਲ। ਨਮਸਕਾਰ ਜੀ। ਨਮਸਕਾਰ ਸੰਦੀਪ ਜੀ, ਥੈਂਕ ਯੂ ਵੈਰੀ ਮਚ। ਮਨੀਤ ਦੀਵਾਨ ਇਜ਼ ਮਾਈ ਨੇਮ। ਅਤੇ ਸਭ ਤੋਂ ਪਹਿਲਾਂ ਮੈਂ ਜਿਹੜੀ ਸ਼ੁਰੂਆਤ ਹੈ ਉਹ ਇੱਥੋਂ ਕਰਨਾ ਚਾਹੂੰਗਾ ਕਿ ਇੱਕ ਕਲੈਰੀਫਿਕੇਸ਼ਨ ਬਹੁਤ ਜ਼ਰੂਰੀ ਤੁਹਾਡੇ ਮਾਧਿਅਮ ਤੋਂ ਦੇਣੀ ਚਾਹੁੰਦਾ ਮੈਂ ਕਿ ਸਿਟੀ ਨੀਡਸ ਇੱਕ ਐਨਜੀਓ ਨਹੀਂ ਹੈ। ਇਹ ਮੈਂ ਹਰ ਪਲੇਟਫਾਰਮ 'ਤੇ ਕਹਿਣਾ ਕਿ ਮਤਲਬ ਸਿਟੀ ਨੀਡਸ ਐਨਜੀਓ ਨਹੀਂ ਹੈਗੀ ਹੈ ਜੀ, ਪਰ ਅਸੀਂ ਜਿੱਥੇ ਵੀ ਮਤਲਬ ਹਰ ਜਗ੍ਹਾ 'ਤੇ ਜਿੱਥੇ ਅਸੀਂ ਲਿਖਦੇ ਹਾਂ ਸਿਟੀ ਨੀਡਸ ਐਨਜੀਓ ਸਿਟੀ ਨੀਡਸ ਮਤਲਬ ਐਨਜੀਓ ਦੀ ਐਕਸਪੋ, ਸੋ ਫਿਰ ਉਹ ਕੀ ਹੈ? ਸਰ, ਸਿਟੀ ਨੀਡਸ ਆਪਣੇ ਆਪ ਦੇ ਵਿੱਚ ਇੱਕ ਐਨਜੀਓ ਨਹੀਂ ਹੈ। ਮੈਂ ਬੜੇ ਸਧਾਰਨ ਤਰੀਕੇ ਨਾਲ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਊਬਰ ਜਿਹੜੀ ਹੈ ਉਹ ਇੱਕ ਟੈਕਸੀ ਕੰਪਨੀ ਹੈ, ਬਹੁਤ ਸਾਰੇ ਲੋਕ ਸੋਚਦੇ ਆ ਕਿ ਜ਼ੋਮੈਟੋ ਜਿਹੜੀ ਆ ਉਹ ਇੱਕ ਫੂਡ ਕੰਪਨੀ ਹੈ ਜਾਂ ਸਵਿਗੀ ਜਿਹੜੀ ਉਹ ਫੂਡ ਕੰਪਨੀ ਹੈ, ਜਦ ਕਿ ਇਹ ਸਰਾਸਰ ਹੁਣ ਆਪਾਂ ਨੂੰ ਪਤਾ ਵੀ ਇਹ ਗਲਤ ਹੈ। ਉਹਦਾ ਰੀਜ਼ਨ ਕੀ ਹੈ ਕਿ ਹੁਣ ਇਸ ਵੇਲੇ ਕਨਸੈਪਟ ਹੈਗਾ ਆਟੋਮੇਸ਼ਨ ਦਾ ਔਰ ਟੈਕਨੋਲੋਜੀ ਦਾ। ਸਿਟੀ ਨੀਡਸ ਦਾ ਪੂਰਾ ਨਾਮ ਹੈ ਸਿਟੀ ਨੀਡਸ ਇਨੋਵੇਸ਼ਨਸ ਪ੍ਰਾਈਵੇਟ ਲਿਮਿਟਿਡ। ਵੀ ਆਰ ਅ ਪ੍ਰਾਈਵੇਟ ਲਿਮਿਟਿਡ ਕੰਪਨੀ, ਫॉर ਪ੍ਰੋਫਿਟ ਕੰਪਨੀ, ਬਟ ਅਸੀਂ ਇੱਕ ਸਟਾਰਟਅਪ ਹਾਂ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਸਟਾਰਟਅਪ ਇੰਡੀਆ ਸਕੀਮ ਆਈ ਹੈ ਔਰ ਇਨਵੈਸਟ ਪੰਜਾਬ ਸਕੀਮ ਸਟੇਟ ਗਵਰਨਮੈਂਟ ਦੀ ਆਈ ਹੈ, ਉਹਦੇ ਅੰਡਰ ਅਸੀਂ ਕੰਮ ਕਰਦੇ ਹਾਂ ਐਜ਼ ਅ ਸਟਾਰਟਅਪ। ਸਟਾਰਟਅਪ ਦਾ ਮਤਲਬ ਹੈ ਕਿ ਪੁਰਾਣੇ ਹੋ ਰਹੇ ਕੰਮਾਂ ਨੂੰ ਨਵੇਂ ਤਰੀਕੇ ਨਾਲ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਕਰਨਾ, ਉਹਨੂੰ ਆਪਾਂ ਸਟਾਰਟਅਪ ਕਹਿੰਦੇ ਹਾਂ। ਸੋ ਪਹਿਲੀ ਗੱਲ ਤਾਂ ਇਹ ਕਲੀਅਰ ਬਾਰ-ਬਾਰ ਕਰਦੇ ਹਾਂ ਅਸੀਂ ਕਿ ਸਿਟੀ ਨੀਡਸ ਆਪਣੇ ਆਪ ਦੇ ਵਿੱਚ ਐਨਜੀਓ ਨਹੀਂ ਹੈ। ਬੇਸਿਕਲੀ ਜੇ ਮੈਂ ਗੱਲਬਾਤ ਜਿੰਨੀ ਤੁਹਾਡੇ ਤੋਂ ਸਮਝਿਆ ਤਾਂ ਸਿਟੀ ਨੀਡਸ ਇੱਕ ਸਰਵਿਸ ਪ੍ਰੋਵਾਈਡਰ ਹੈ, ਜਿਹੜਾ ਕਿ ਸ਼ਾਇਦ ਜੋ ਹਜੇ ਅੱਗੇ ਗੱਲਬਾਤ 'ਚ ਮੈਨੂੰ ਪਤਾ ਲੱਗੇਗਾ। ਫਿਲਹਾਲ ਜਿੰਨਾ ਕਿ ਤੁਸੀਂ ਆਨਸਰ ਦਿੱਤਾ, ਯੂ ਆਰ ਏ ਸਰਵਿਸ ਪ੍ਰੋਵਾਈਡਰ, ਅਤੇ ਤੁਸੀਂ ਐਨਜੀਓਜ਼ ਦੇ ਨਾਲ ਮਿਲ ਕੇ ਕਿਸੇ ਤਰੀਕੇ ਦੀ ਸੁਸਾਇਟੀ ਨੂੰ ਔਰ ਐਨਜੀਓਜ਼ ਨੂੰ ਕੋਈ ਇੱਕ ਬ੍ਰਿਜ ਬਣਾ ਦਿੱਤਾ ਅਤੇ ਉਹ ਸਰਵਿਸ ਪ੍ਰੋਵਾਈਡਰ ਹੈਗੇ। ਬਿਲਕੁਲ ਠੀਕ ਕਿਹਾ ਤੁਸੀਂ ਸਹੀ ਸ਼ਬਦਾਂ ਦੇ ਵਿੱਚ ਕਿ ਸਿਟੀ ਨੀਡਸ ਨੇ ਇੱਕ ਵੈਬਸਾਈਟ ਬਣਾਤੀ ਹੈ। ਅਸੀਂ ਆਪਣੇ ਆਪ ਦੇ ਵਿੱਚ ਇੱਕ ਸਿਰਫ ਸਰਵਿਸ ਪ੍ਰੋਵਾਈਡਰ ਆ ਜਿਹੜਾ ਕਿ ਐਨਜੀਓਜ਼ ਨੂੰ ਡੋਨਰ ਦੇ ਨਾਲ ਔਰ ਵੋਲੰਟੀਅਰ ਦੇ ਨਾਲ ਜੋੜਦਾ। ਕਿਉਂਕਿ ਸਮੱਸਿਆ ਕੀ ਹੈ ਕਿ ਐਨਜੀਓਜ਼ ਕੋਈ ਅੱਜ ਦੇ ਤਾਂ ਹੈ ਨਹੀਂ ਗੇ, ਪੁਰਾਤਨ ਸਮੇਂ ਤੋਂ ਜਿਹੜੇ ਨਿਸ਼ਕਾਮ ਸੇਵਾ ਹੋ ਰਹੀ ਹੈ ਲੋਕੀ ਕਰ ਰਹੇ ਹੈ, ਵੋਲੰਟੀਅਰਸ ਵੀ ਕਰ ਰਹੇ ਹੈ, ਡੋਨਰਸ ਵੀ ਕਰ ਰਹੇ ਹੈ। ਸੋ ਅਸੀਂ ਨਵਾਂ ਕੀ ਕਰ ਰਹੇ ਹਾਂ? ਫਰਕ ਸਿਰਫ ਤੁਸੀਂ ਇਹਦੇ ਵਿੱਚ ਨਵਾਂ, ਮੈਨੂੰ ਜਿੱਥੇ ਤੱਕ ਸਮਝ ਲੱਗਿਆ ਤੁਸੀਂ ਇਹ ਕਰ ਰਹੇ ਹੋ ਕਿ ਜਿੱਦਾਂ ਤੁਹਾਡੀ ਗੱਲ ਹੈ ਕਿ ਤੁਸੀਂ ਐਨਜੀਓਜ਼
ਦੇ ਨਾਲ ਮਿਲ ਕੇ NGOs ਆ ਗਏ। ਅਦਰਵਾਈਜ਼ ਸਿਟੀ ਨੀਡ ਸ਼ਾਇਦ ਇੱਕ NGO ਬੰਦੀ, ਆ ਸਿਟੀ ਨੀਡ ਪੂਰੇ ਸ਼ਹਿਰ ਦੀ NGOs ਦੇ ਆਰ ਰਿਪਰੈਜ਼ੈਂਟੇਸ਼ਨ ਬਣ ਗਈ। ਸੋ ਇਹ ਤੁਸੀਂ ਨਵਾਂ ਕੀਤਾ ਮੇਰੀ ਜੋ ਮੇਰੀ ਸਮਝ। ਬਿਲਕੁਲ ਸਹੀ ਕਹਿ ਰਹੇ ਹੋ ਕਿ ਸਿਟੀ ਨੀਡਸ ਨੇ ਸਿਰਫ ਸਾਰੇ NGOs ਨੂੰ ਜੋੜਤਾ, ਆਪਸ ਦੇ ਵਿੱਚ ਬਹੁਤ ਸਾਰੇ ਲੋਕ ਜਾਣਨ ਲੱਗ ਗਏ ਇੱਕ ਦੂਜੇ ਨੂੰ, ਬਹੁਤ ਸਾਰੇ ਡੋਨਰਸ, ਵੋਲੰਟੀਅਰਸ, ਕਾਰਪੋਰੇਟਸ ਉਹ ਚੂਜ਼ ਕਰ ਸਕਦੇ ਆ ਵੀ ਮੈਂ ਕਿਸ ਮਕਸਦ ਵਾਸਤੇ ਕਿਹੜੇ NGO ਕੋਲ ਜਾਵਾਂ। ਨਹੀਂ ਤਾਂ ਨਾਰਮਲੀ ਸਾਡੇ ਸਰਕਲ ਦੇ ਵਿੱਚ 2 4 5 ਬੰਦੇ ਅਸੀਂ ਜਾਣਦੇ ਹੁੰਦੇ ਆ ਜਿਹੜੇ NGOs ਨੂੰ ਅਸੀਂ ਨਾਰਮਲੀ ਕੰਟਰੀਬਿਊਟ ਕਰਦੇ ਆ, ਲੇਕਿਨ ਕਈ ਜਗ੍ਹਾ ਤੇ ਹੁਣ ਅਸੀਂ ਬਲੱਡ ਦੇਣਾ, ਕਿਤਾਬਾਂ ਦੇਣੀਆਂ, ਖਾਣਾ ਦੇਣਾ, ਕੱਪੜਾ ਦੇਣਾ, ਜਾਂ ਸਾਨੂੰ ਚਾਹੀਦੀ ਹੈ ਮਦਦ ਚਾਹੀਦੀ ਹੈ। ਦੋਵਾਂ ਦਾ ਇੱਕ ਬ੍ਰਿਜ ਬਣ ਗਿਆ ਥਰੂ ਟੈਕਨੋਲੋਜੀ ਕਿ ਜਿਹਨੂੰ ਜੋ ਚਾਹੀਦਾ ਉਹ ਵੀ ਦੱਸ ਸਕਦਾ ਤੇ ਜਿਹੜਾ ਬੰਦਾ ਜੋ ਆਫਰ ਕਰ ਰਿਹਾ ਉਹ ਵੀ ਦੱਸ ਸਕਦਾ। ਐਜ਼ ਅ ਰਿਜ਼ਲਟ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਕਿ ਜਿਹੜਾ CSR ਫੰਡ ਹੈ ਲੁਧਿਆਣੇ ਦੇ ਵਿੱਚ ਬਹੁਤ ਕਰੋੜਾਂ ਰੁਪਏ ਦਾ CSR ਜਿਹੜੀ ਹੈ ਉਹ ਸਾਡੀ ਇੰਡਸਟਰੀ ਸਪੈਂਡ ਕਰਦੀ ਹੈ, ਉਹਨੂੰ ਬਹੁਤ ਹੀ ਸੁਚਾਰੂ ਢੰਗ ਦੇ ਨਾਲ ਹੁਣ ਯੂਟੀਲਾਈਜ਼ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਵੀ ਰਾਦਰ ਦੈਨ ਆਪਾਂ ਇਕੱਠਾ ਹੀ ਕਰੋੜ 2 ਕਰੋੜ ਰੁਪਈਆ ਕਿਸੇ ਇੱਕ ਪ੍ਰੋਜੈਕਟ 'ਤੇ ਲਗਾ ਦਈਏ, ਉਹਦੀ ਬਜਾਏ ਜੇ ਇਹ NGOs ਦੀ ਫੋਰਸ ਨੂੰ 2 3 5 ਲੱਖ ਰੁਪਏ ਦਿੱਤਾ ਜਾਏ ਤੇ ਪੂਰੇ ਸ਼ਹਿਰ ਦੇ ਵਿੱਚ ਇੱਕ ਤੁਹਾਨੂੰ ਪੈਰਲਲ ਡਿਵੈਲਪਮੈਂਟ ਜਿਹੜੀ ਹੈ ਉਹ ਇਹਨਾਂ ਦੇ ਮਾਧਿਅਮ ਤੋਂ ਨਜ਼ਰ ਆ ਸਕਦੀ ਹੈ। ਤੁਸੀਂ ਆਪ ਉਦਾਹਰਨ ਦਿੱਤਾ ਵੈਕਸੀਨੇਸ਼ਨ ਕੈਂਪਸ ਦਾ, 708 ਵੈਕਸੀਨੇਸ਼ਨ ਕੈਂਪਸ ਲਗਵਾਏ। ਸਾਡੇ ਜਿਹੜੇ ਮੇਨ ਪ੍ਰੋਜੈਕਟ ਦੇ ਕੋਆਰਡੀਨੇਟਰ ਹੈ ਡਾਕਟਰ SP ਪਾਂਧੀ, ਉਹਨਾਂ ਨੇ ਇਸ ਪ੍ਰੋਜੈਕਟ ਨੂੰ ਲੀਡ ਕੀਤਾ। 708 ਵੈਕਸੀਨੇਸ਼ਨ ਕੈਂਪ ਕਹਿਣੇ ਸੌਖੇ ਹੈ, ਲੇਕਿਨ ਇਹ ਅਸੀਂ ਨਹੀਂ ਲਵਾਏ, ਇਹ ਅਸੀਂ ਸਿਰਫ ਕੋਆਰਡੀਨੇਟ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਅਤੇ NGOs ਦੇ ਨਾਲ ਅਤੇ ਇੰਡਸਟਰੀ ਦੇ ਨਾਲ। ਲਾਏ NGOs ਨੇ ਹੈ, ਨਾਮ ਸਾਡਾ ਹੋ ਗਿਆ ਕਿਉਂਕਿ ਜੀ ਅਸੀਂ ਤਾਂ ਸਿਰਫ ਕੋਆਰਡੀਨੇਸ਼ਨ ਕੀਤੀ ਹੈ। ਸੋ ਬੇਸਿਕਲੀ ਵੀ ਆਰ ਕੋਆਰਡੀਨੇਟਰਸ, ਵੀ ਆਰ ਸਰਵਿਸ ਪ੍ਰੋਵਾਈਡਰਸ। ਮਤਲਬ ਜਿੱਦਾਂ ਉਹ ਪੰਜਾਬੀ 'ਚ ਕਹਾਵਤ ਹੈ ਇਹ ਮਾਲ ਮਾਲਕਾ ਦਾ ਮਸ਼ਹੂਰੀ ਕੰਪਨੀ ਦੀ, ਉੱਦਾਂ ਹੋ ਗਿਆ। ਤੁਸੀਂ ਐਂ ਕਹਿ ਲਓ ਜਾਂ ਇਹਨੂੰ ਹੋਰ ਹਿੰਦੀ 'ਚ ਕਹਿ ਲੈਂਦੇ ਆ ਵੀ ਕਾਮ ਤੋਂ ਕਿਆ ਕਰਤੇ ਹੋ ਤੁਮ ਕਨਹਈਆ ਮੇਰਾ ਨਾਮ ਹੋ ਰਹਾ ਹੈ। ਸੋ ਕਰਦੇ NGOs ਹੈ, ਨਾਮ ਸਾਡਾ ਹੋ ਜਾਂਦਾ ਜੀ। ਜਗਨਨਾਥ ਜੀ ਦਾ ਮਾਹੌਲ ਚੱਲ ਰਿਹਾ ਨਾ ਸ਼ਹਿਰ ਦੇ ਵਿੱਚ, ਇਸ ਲਈ ਤੁਸੀਂ ਕਨਹਈਆ ਜੀ ਨੂੰ ਯਾਦ ਕਰਦੇ ਹੋ। ਸੋ ਮੈਂ ਇਹ ਪੁੱਛਣਾ ਚਾਹਾਂਗਾ ਸਰ ਕਿ ਚਲੋ ਇਹ ਤਾਂ ਹੋ ਗਿਆ ਕਿ ਤੁਸੀਂ ਦੱਸਿਆ, ਫਿਰ ਉਹ ਅਸੀਂ ਦੇਖਿਆ ਸਿਟੀ ਨੀਡਸ NGO ਐਕਸਪੋ ਹੈ। ਪਹਿਲੀ ਗੱਲ ਤਾਂ ਬੜਾ ਔਕਵਰਡ ਜਿਹਾ ਉਦੋਂ ਲੱਗਿਆ ਸੀ ਕਿ NGOs ਦੀ ਹੁਣ ਕਿਹੜੀ ਐਕਸਪੋ ਹੋਏਗੀ। ਫਿਰ ਸਿਟੀ ਨੀਡਸ ਇੱਕ NGO ਉਹ ਇੱਕ ਮੇਲਾ, ਕਾਰਨੀਵਲ ਮੇਲਾ ਵੀ, ਫਿਰ ਇਹ ਸਭ ਕੀ ਸੀ? ਦੇਖੋ ਐਗਜ਼ੀਬਿਸ਼ਨਸ ਨੂੰ ਬੇਸਿਕਲੀ ਹਾਲੇ ਤੱਕ ਲਿਆ ਗਿਆ ਐਜ਼ ਅ ਕਮਰਸ਼ੀਅਲ ਈਵੈਂਟ ਵੀ ਜਿਹੜਾ ਵੀ ਬੰਦਾ ਆਰਗੇਨਾਈਜ਼ ਕਰ ਰਿਹਾ ਉਹਦਾ ਇਹ 'ਚ ਕੋਈ ਨਾ ਕੋਈ ਕਮਰਸ਼ੀਅਲ ਇੰਟਰਸਟ ਹੋਏਗਾ। ਸਾਡਾ ਇੰਟਰਸਟ ਜਿਹੜਾ ਹੈ, ਅਸੀਂ ਐਗਜ਼ੀਬਿਸ਼ਨ ਨੂੰ ਇੱਕ ਸਿਰਫ ਮਾਧਿਅਮ ਬਣਾਇਆ ਇਸ ਕਨਸੈਪਟ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ। ਜਿਹੜੀ ਸਾਡੀ ਪਹਿਲੀ ਐਕਸਪੋ ਸੀਗੀ ਜਿਹੜੀ ਅਸੀਂ ਫਰਵਰੀ 'ਚ ਲਗਾਈ ਲਾਂਚ ਦੇ ਟਾਈਮ 'ਤੇ, ਉਹਦੇ 'ਚ ਜਦੋਂ ਅਸੀਂ ਇਹ ਗੱਲ ਕਿਸੇ ਨੂੰ ਦੱਸੀ ਤੇ ਬਹੁਤ ਲੋਕਾਂ ਨੂੰ ਨਹੀਂ ਸਮਝ ਆਈ ਸਿਵਾਏ ਪ੍ਰਸ਼ਾਸਨ ਤੋਂ। ਪ੍ਰਸ਼ਾਸਨ ਨੇ ਸਾਨੂੰ ਸਪੋਰਟ ਕੀਤਾ, ਹੈਲਪ ਕੀਤਾ, ਲੇਕਿਨ ਸਾਨੂੰ ਕੋਈ ਸਪਾਂਸਰਸ਼ਿਪ ਨਹੀਂ ਮਿਲੀ ਤੇ ਅਸੀਂ ਆਪਣੇ ਕੋਲੋਂ ਪੈਸੇ ਲਾ ਕੇ ਉਹਨੂੰ ਇੱਕ ਮਾਡਲ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਬਹੁਤ ਐਪਰੀਸ਼ੀਏਟ ਕੀਤਾ ਗਿਆ। ਜਦੋਂ ਅਸੀਂ ਦੀਵਾਲੀ ਤੋਂ ਪਹਿਲਾਂ ਕਾਰਨੀਵਲ ਲਗਾਇਆ, ਉਹਦੇ ਵਿੱਚ ਜਿਹੜਾ ਸਾਨੂੰ ਇਮੀਡੀਏਟਲੀ ਸਪਾਂਸਰਸ਼ਿਪ ਆਫਰ ਹੋ ਗਈ ਵੀ ਜਿੰਨਾ ਖਰਚਾ ਉਹਦਾ ਆਇਆ ਉਹਦੇ 'ਚੋਂ ਮੈਜੋਰਿਟੀ ਆਫ ਐਕਸਪੈਂਸ ਜਿਹੜਾ ਸੀਗਾ ਉਹ ਸਾਨੂੰ HDFC ਬੈਂਕ ਨੇ ਪ੍ਰੋਵਾਈਡ ਕਰਤਾ। ਹੁਣ ਇਹ ਇੱਕ ਟ੍ਰੈਂਡ ਸੈੱਟ ਹੋ ਗਿਆ। ਅਸੀਂ ਚਾਹੇ ਪ੍ਰੋਫਿਟੇਬਿਲਿਟੀ ਇਜ਼ ਨਾਟ ਦਾ ਟਾਰਗੇਟ ਆਊਟ ਆਫ ਇਟ, ਦਾ ਟਾਰਗੇਟ ਇਜ਼ ਕਿ NGOs ਜਿਹੜੇ ਹੈਗੇ ਆ ਉਹ ਆਪਣਾ ਸਮਾਨ ਲੈ ਕੇ ਆਉਣ, ਉਹ ਸਮਾਨ ਉਹਨੂੰ ਉੱਥੇ ਬਣਾਉਣ, ਸੈਲ ਕਰਨ, ਔਰ ਅਲਟੀਮੇਟਲੀ ਅਸੀਂ ਇਹੀ ਚਾਹੁੰਦੇ ਹਾਂ ਕਿ ਉਹ ਡੋਨੇਸ਼ਨਸ ਤੋਂ ਹਟ ਕੇ ਹੌਲੀ ਹੌਲੀ ਸਮਾਨ ਦੇ ਵਿੱਚੋਂ ਇੰਨਾ ਕੁ ਰੈਵਨਿਊ ਸਟਰੀਮ ਜਨਰੇਟ ਕਰਨ ਕਿ ਉਹਨਾਂ ਦੇ ਆਪਰੇਸ਼ਨਸ ਜਿਹੜੇ ਹੈ ਉਹ ਸੈਲਫ ਸਸਟੇਨਡ ਦੇ ਮਾਡਲ 'ਤੇ ਉਹ ਚੱਲ ਵੀ ਪੈਣ। ਔਰ ਬੜੀ ਖੁਸ਼ੀ ਹੈ ਸਾਨੂੰ ਕਿ ਇੱਦਾਂ ਦੇ 2 NGOs ਨੇ ਮਾਡਲ ਬਣਾ ਵੀ ਲਿਆ। ਬਹੁਤ ਜਲਦ ਤੁਸੀਂ ਉਹਨਾਂ ਨੂੰ ਵੀ ਇੰਟਰਵਿਊ ਕਰੋਗੇ, ਔਰ ਜਿਨ੍ਹਾਂ ਨੇ 20-25 ਸਾਲਾਂ ਤੋਂ ਆਲਰੇਡੀ ਐਜ਼ NGO ਕੰਮ ਕਰ ਰਹੇ ਸੀਗੇ, ਐਜ਼ ਡੋਨੇਸ਼ਨਸ 'ਤੇ ਕੰਮ ਕਰ ਰਹੇ ਸੀ, ਉਹਨਾਂ ਨੇ ਆਪਣੇ ਬੱਚਿਆਂ ਨੂੰ ਹੀ ਫਰਦਰ ਟ੍ਰੇਨ ਕਰਕੇ ਉਹਨਾਂ ਵਾਸਤੇ ਪ੍ਰੋਡਕਟਸ ਬਣਾ ਕੇ, ਉਹਨਾਂ ਦੇ ਹੱਥੋਂ ਪ੍ਰੋਡਕਟਸ ਬਣਾ ਕੇ ਉਹਨਾਂ ਨੂੰ ਕਮਰਸ਼ੀਅਲ ਮਾਡਲ 'ਚ ਉਹ ਸੈਲ ਕਰ ਸਕਦੇ ਆ। ਸੋ ਇਹੀ ਮਕਸਦ ਹੈ ਕਿ ਆਪਾਂ ਹੌਲੀ ਕੁਝ ਏਰੀਆਜ਼ ਐਸੇ ਹੈ ਜਿਹੜੇ ਡੋਨੇਸ਼ਨ ਤੋਂ ਬਿਨਾਂ ਨਹੀਂ ਚੱਲ ਸਕਦੇ, ਲੇਕਿਨ ਬਹੁਤ ਸਾਰੇ ਏਰੀਆਜ਼ ਐਸੇ ਹੈ ਜਿਹੜੇ ਕਿ ਸਪਾਂਸਰਸ਼ਿਪ ਦੇ ਉੱਪਰ, CSR ਦੇ ਉੱਪਰ ਔਰ ਸੈਲਫ ਐਂਟਰਪ੍ਰੀਨਿਓਰਸ਼ਿਪ ਮਾਡਲ ਦੇ ਉੱਪਰ ਚੱਲ ਸਕਦੇ ਆ। ਸੋ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ। ਸਰ ਬੇਸਿਕਲੀ ਬਹੁਤ ਅੱਛਾ ਲੱਗਿਆ। ਇਟਸ ਕਾਈਂਡ ਆਫ ਸਮਾਰਟ ਵਰਕ, ਮਤਲਬ ਸਾਰਾ ਕੁਝ ਬਾਜ਼ਾਰ 'ਚ ਪਿਆ ਸੀ, ਤੁਸੀਂ ਜਸ ਉਹਨੂੰ ਇਕੱਠਾ ਕੀਤਾ, ਰੈਪ ਆਪਣਾ ਚੜਾਇਆ। ਪਹਿਲਾਂ ਅਸੀਂ ਛੋਟੇ ਹੁੰਦੇ ਸੀ, ਮਜ਼ਾਕ ਸੁਣਦੇ ਸੀਗੇ, ਉਹ ਕਹਿੰਦੇ ਸੀਗੇ, ਦੋਸਤ ਹੁੰਦੇ ਸੀਗੇ ਤੇ ਉਹ ਚੁਟਕਲਾ ਹੁੰਦਾ ਸੀਗਾ, ਉਹ ਕਹਿੰਦਾ ਸੀ ਜਪਾਨ ਵਾਲਿਆਂ ਨੇ ਇੱਕ ਹੈਲੀਕਾਪਟਰ ਬਣਾ ਦਿੱਤਾ ਤੇ ਕਹਿੰਦੇ ਚਾਈਨਾ ਵਾਲਿਆਂ ਨੇ ਉਹਦੇ 'ਤੇ ਉਹਨੂੰ ਸਾਰੀ ਫਿਨਿਸ਼ਿੰਗ ਦੇ ਦਿੱਤੀ। ਕਹਿੰਦਾ ਫਿਰ ਇੰਡੀਆ ਵਾਲਾ ਕਹਿੰਦਾ ਤੂੰ ਕੀ ਕਰਦਾ? ਕਹਿੰਦਾ ਅਸੀਂ ਮੇਕ ਇਨ ਇੰਡੀਆ ਦੀ ਸਟੈਂਪ ਲਾਤੀ, ਤੁਸੀਂ ਵੀ ਉਹੀ ਕੀਤਾ। ਬਾਜ਼ਾਰ 'ਚ ਸਾਰਾ ਕੁਝ ਸਮਾਨ ਪਿਆ ਸੀ, ਲੋਕਾਂ ਨੂੰ ਸ਼ਾਇਦ
ਅਵੇਅਰਨੈਸ ਨਹੀਂ ਸੀ, ਆਈਡੀਏਸ਼ਨ ਨਹੀਂ ਸੀਗੀ। ਜੇ ਮੈਂ ਤਾਂ ਇਹ ਕਹਾਂ, ਇਹ ਨਹੀਂ ਕਹਿ ਸਕਦਾ ਅਕਲ ਨਹੀਂ ਸੀ, ਅਕਲ ਸਭ ਨੂੰ ਹੈਗੀ, ਪਰ ਆਈਡੀਏਸ਼ਨ ਦਾ ਜ਼ਮਾਨਾ ਅੱਜ। ਸੋ ਆਈਡੀਏਸ਼ਨ ਨਹੀਂ ਸੀ, ਉਹ ਤੁਸੀਂ ਉਹ ਆਈਡੀਏਸ਼ਨ ਚੱਕੀ, ਸਿਟੀ ਨੀਡਸ ਦਾ ਉੱਪਰ ਬ੍ਰਾਂਡ ਲਾਇਆ ਔਰ ਮਾਰਕੀਟਿੰਗ ਹਲਕੀ ਜੀ ਕੀਤੀ, ਬ੍ਰਾਂਡਿੰਗ ਕੀਤੀ, ਤੇ ਲਓ ਜੀ ਮਨਮੀਤ ਦੀਵਾਨ ਜੀ ਤਿਆਰ। ਸਰ ਮੈਂ ਇੱਥੇ ਵੀ ਥੋੜ੍ਹੀ ਜਿਹੀ ਕਰੈਕਸ਼ਨ ਕਰਾਂਗਾ, ਅਸੀਂ ਮੇਡ ਇਨ ਇੰਡੀਆ ਕਿਤੇ ਨਹੀਂ ਲਿਖਿਆ, ਕਿਉਂਕਿ ਜਿਹੜਾ ਸਾਡਾ ਤੁਸੀਂ ਤਾਂ ਉਹ ਲਿਖਿਆ ਸਿਟੀ ਨੀਡਸ, ਅਸੀਂ ਸਿਟੀ ਨੀਡਸ NGO ਲਿਖ ਦਿੱਤਾ, ਉਹ ਸਭ ਕੁਝ। ਤੁਸੀਂ ਦੇਖੋ, ਅਸੀਂ ਬੀਇੰਗ ਐਜ਼ ਏ ਮੀਡੀਆ ਪਰਸਨੈਲਿਟੀਜ਼ ਹੋ ਕੇ ਸਾਨੂੰ ਵੀ ਅੱਜ ਤੱਕ ਇਹੀ ਸੀਗਾ, ਅਸੀਂ ਇੱਕ NGO ਦੇ ਜਿਹੜੇ ਹੈਗੇ ਆ ਰਿਪਰੈਜ਼ੈਂਟੇਟਿਵ ਜਾਂ ਜਿਹੜੇ ਰਨਰ ਹੈਗੇ ਆ, ਆਰਗੇਨਾਈਜ਼ਰ ਹੈਗੇ, ਅਸੀਂ ਉਹਨਾਂ ਦੀ ਇੰਟਰਵਿਊ ਲੈ ਰਹੇ ਹਾਂ। ਮੈਨੂੰ ਤਾਂ ਉਲਟਾ ਇਹ ਲੱਗ ਰਿਹਾ ਕਿ ਮੈਂ ਇਹ ਵਾਲਾ ਪਾਰਟ, ਜਿਵੇਂ ਉਹ ਕਪਿਲ ਸ਼ਰਮਾ ਸ਼ੋਅ 'ਤੇ ਕਹਿੰਦੇ ਨੇ, ਕੱਟ ਕਰਾ ਦੂੰਗਾ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਸਾਨੂੰ ਹੀ ਨਹੀਂ ਪਤਾ ਤੇ ਬਾਕੀਆਂ ਨੂੰ ਕੀ ਹੋਊਗਾ। ਨਹੀਂ ਸਰ, ਨਹੀਂ, ਤੁਸੀਂ ਇਹ ਲੈ ਕੇ ਚੱਲੋ ਵੀ ਕਿਹੜਾ NGO ਕੀ ਕੰਮ ਕਰ ਰਿਹਾ ਹੈ, ਉਹਨੂੰ ਲੋਕਾਂ ਤੱਕ ਲਿਜਾਣਾ ਸਾਡਾ ਮੇਨ ਮਕਸਦ ਇਹ ਹੈ, ਨਾ ਕਿ ਇਹ ਦੱਸਣਾ ਕਿ ਸਿਟੀ ਨੀਡਸ ਕੀ ਕਰ ਰਿਹਾ। ਸਿਟੀ ਨੀਡਸ ਪਿਓਰਲੀ ਇੱਕ ਟੈਕਨੋਲੋਜੀ ਪਲੈਟਫਾਰਮ ਹੈ। ਮੈਂ ਬਾਰ-ਬਾਰ ਇਹ ਕਹਿਣਾ ਚਾਹਾਂਗਾ, ਅਸੀਂ ਕੋਈ ਵੀ ਐਕਟੀਵਿਟੀ ਆਪ ਨਹੀਂ ਕਰਦੇ, ਜਿਹੜੀ ਵੀ ਐਕਟੀਵਿਟੀ ਹੁੰਦੀ ਹੈ ਉਹ ਸਾਡਾ NGO ਕਰਦਾ, ਜਿਹੜਾ ਵੀ ਕਾਜ਼ ਹੁੰਦਾ ਉਹ NGO ਕਰਦਾ, ਔਰ ਉਹਨੂੰ ਉਹਦਾ ਡਿਊ ਰਿਗਾਰਡ, ਡਿਊ ਰਿਸਪੈਕਟ ਔਰ ਡਿਊ ਰੈਕੋਗਨੀਸ਼ਨ ਉਹਦੀ ਉਹਨੂੰ ਮਿਲਦੀ ਹੈ। ਸੋ ਇਹਨੂੰ ਇਹ ਕਹਿਣਾ ਕਿ ਵੀ 3 ਮੁਲਕਾਂ 'ਚ ਬਣਿਆ ਸੀ ਤੇ ਮੇਕ ਇਨ ਇੰਡੀਆ ਲਾਇਆ, ਨਹੀਂ। ਹਾਂ, ਤੁਸੀਂ ਇਹ ਕਹਿ ਸਕਦੇ ਹੋ ਵੀ ਜਿਵੇਂ ਲੁਧਿਆਣਾ ਦੇ ਅਲੱਗ-ਅਲੱਗ ਏਰੀਏ 'ਚ ਬਣਿਆ ਸੀਗਾ, ਬਣ ਰਿਹਾ, ਚੱਲ ਰਿਹਾ ਸੀਗਾ, ਅਸੀਂ ਸਿਰਫ ਉਹਨੂੰ ਕਰਕੇ ਇੱਕ ਆਰਗੇਨਾਈਜੇਸ਼ਨ, ਇੱਕ ਨਾਮ ਦੇਤਾ। ਤੁਸੀਂ ਇੱਦਾਂ ਸਮਝ ਲਓ ਸਰ, ਫਲਿੱਪਕਾਰਟ ਹੈ ਜਿੱਦਾਂ ਫੋਰ ਐਗਜ਼ਾਮਪਲ, ਜਾਂ ਐਮਾਜ਼ੋਨ ਹੈ। ਹੁਣ ਕੋਈ ਨਹੀਂ ਕਹਿੰਦਾ ਵੀ ਐਮਾਜ਼ੋਨ ਦਾ ਪ੍ਰੋਡਕਟ ਹੈ, ਬੰਦਾ ਕਹਿੰਦਾ ਐਮਾਜ਼ੋਨ ਤੋਂ ਖਰੀਦ ਲੈਂਦੇ ਆ, ਠੀਕ ਹੈ। ਆਪਾਂ ਵੇਵਸ ਮਾਲ 'ਚ ਜਾਂਦੇ ਹਾਂ, ਉੱਥੇ 200 ਦੁਕਾਨਾਂ, ਕੋਈ ਨਹੀਂ ਕਹਿੰਦਾ ਮੈਂ ਵੇਵਸ ਤੋਂ ਖਰੀਦਣ ਚੱਲਿਆ। ਇਟ ਇਜ਼ ਅ ਮਾਰਕੀਟ ਪਲੇਸ। ਅੱਜ ਦਾ ਜ਼ਮਾਨਾ ਇਜ਼ ਆਫ ਅ ਮਾਰਕੀਟ ਪਲੇਸ। ਉਹ ਲੋਕਾਂ ਨੂੰ ਹੁਣ ਕਲੀਅਰ ਹੋ ਗਿਆ ਵੀ ਮਾਰਕੀਟ ਪਲੇਸ ਅਲੱਗ ਚੀਜ਼ ਹੈ ਤੇ ਸ਼ਾਪ ਅਲੱਗ ਚੀਜ਼ ਹੈ। ਸੋ ਸਿਮਿਲਰਲੀ ਸਿਟੀ ਲੀਡਸ ਪਲੈਟਫਾਰਮ ਜਿਹੜਾ ਉਹ ਇੱਕ ਅਲੱਗ ਚੀਜ਼ ਹੈ, ਤੇ ਜਿਹੜੀ NGO ਦੀ ਆਪਣੀ ਉਹਦੀ ਇੱਕ ਆਈਡੈਂਟੀਟੀ ਹੈ, ਆਪਣਾ ਉਹਦਾ ਕਾਰਗੁਜ਼ਾਰੀ, ਆਪਣਾ ਕੰਮਕਾਰ ਹੈ, ਉਹਦੇ ਡੋਨਰ ਹੈ, ਉਹ ਇੱਕ ਅਲੱਗ ਚੀਜ਼ ਹੈ। ਸੋ ਇਹਨਾਂ ਨੂੰ ਮਿਕਸ ਨਾ ਕਰੀਏ। ਹਾਂ, ਪੁਰਾਣੀ ਪਰਿਭਾਸ਼ਾਵਾਂ ਨੂੰ ਟੁੱਟਣ ਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ ਹੈ, ਵੀ ਜਿਹੜਾ ਵੀ ਬੰਦਾ ਸੋਸ਼ਲ ਵਰਕ ਕਰ ਰਿਹਾ ਹੈ ਉਹਨੂੰ ਆਪਾਂ NGO ਸਮਝਦੇ ਹਾਂ। ਲੇਕਿਨ ਇੱਕ ਨਵੀਂ ਟਰਮ ਵੀ ਆਈ ਹੈ ਜਿਹੜੀ ਪੰਜਾਬ 'ਚ ਹਾਲੇ ਘੱਟ ਕਾਮਨ ਹੈ, ਉਹਦਾ ਨਾਮ ਹੈ ਸੋਸ਼ਲ ਐਂਟਰਪ੍ਰੀਨਿਓਰਸ਼ਿਪ, ਜਿਹੜੀ ਕੀ ਜ਼ਰੂਰਤ ਹੈ ਸਾਡੀ, ਔਰ ਖਾਸ ਤੌਰ ਨੌਜਵਾਨਾਂ ਦੇ ਜੁੜਨ ਦੀ ਜ਼ਰੂਰਤ ਹੈ। ਜਿਹੜੀ ਮੈਂ ਬਾਰ-ਬਾਰ ਕਹਿੰਦਾ ਵੀ ਹਰ ਸਮੱਸਿਆ ਦਾ ਸਮਾਧਾਨ ਜਿਹੜਾ, ਜਿੰਨੀਆਂ ਵੀ ਸਮੱਸਿਆਵਾਂ ਸਾਡੇ ਆਸ-ਪਾਸ ਹੈ, ਉਹਨਾਂ ਦਾ ਸਮਾਧਾਨ ਹਾਲੇ ਤੱਕ ਐਡਮਿਨਿਸਟ੍ਰੇਸ਼ਨ ਜਾਂ NGOs ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਜਦ ਕਿ ਹਰ ਇੱਕ ਮਾਡਲ ਦੇ ਵਿੱਚ ਸੋਸ਼ਲ ਐਂਟਰਪ੍ਰੀਨਿਓਰਸ਼ਿਪ ਜਿਹੜੀ ਹੈਗੀ ਹੈ ਉਹ ਇੱਕ ਕਾਮਯਾਬ ਮਾਡਲ ਬਣ ਸਕਦਾ। ਔਰ ਪੂਰੇ ਇੰਡੀਆ ਦੇ ਵਿੱਚ ਜੇ ਤੁਸੀਂ ਘੁੰਮ ਕੇ ਦੇਖੋਗੇ ਤਾਂ ਤੁਹਾਨੂੰ ਇੱਦਾਂ ਦੀਆਂ ਹਜ਼ਾਰਾਂ ਐਗਜ਼ਾਮਪਲਸ ਮਿਲਣਗੀਆਂ। ਪੰਜਾਬ 'ਚ ਕੰਪੈਰੇਟਿਵਲੀ ਘੱਟ ਹੈਗੀਆਂ, ਬਹੁਤ ਹੈਗੀਆਂ ਲੇਕਿਨ ਕੰਪੈਰੇਟਿਵਲੀ ਘੱਟ ਹੈਗੀਆਂ। ਚਲੋ ਸਰ, ਇੱਕ ਆਖਰੀ ਕੁਐਸਚਨ। ਇਹ ਤਾਂ ਸਾਰੀ ਸਾਨੂੰ ਪਤਾ ਲੱਗ ਗਿਆ ਕਿ ਆਈਡੀਆ ਕੀ ਸੀ, ਕਿੱਦਾਂ ਹੋਇਆ, ਇਹ ਆਈਡੀਆ ਆਇਆ ਕਿੱਦਾਂ? ਹੁਣ ਇਹ ਤਾਂ ਦੱਸ ਦਿਓ। ਮਤਲਬ ਸਾਰੀ ਚੀਜ਼ਾਂ ਤਾਂ ਸਮਝ ਲੱਗ ਗਈ ਕਿੱਥੋਂ ਚੱਲੇ ਸੀ, ਕਿੱਥੇ ਤੱਕ ਪਹੁੰਚ ਗਏ, ਪਰ ਇਹ ਆਈਡੀਆ ਦੀ ਜਨਰੇਸ਼ਨ ਕਿੱਦਾਂ ਹੋਈ? ਸਰ ਬੇਸਿਕਲੀ ਮੈਂ ਬਾਏ ਪ੍ਰੋਫੈਸ਼ਨ ਆਈ ਐਮ ਅ ਪ੍ਰੋਜੈਕਟ ਮੈਨੇਜਮੈਂਟ ਪਰਸਨ। ਮੇਰਾ ਕੰਮ ਜਿਹੜਾ ਹੈ ਮਾਰਕੀਟਿੰਗ, ਮੈਨੇਜਮੈਂਟ, ਕ੍ਰਾਈਸਿਸ ਮੈਨੇਜਮੈਂਟ। ਸੋ ਅਸੀਂ ਪ੍ਰੋਬਲਮ ਆਇਡੈਂਟੀਫਾਈ ਕਰਦੇ ਹਾਂ, ਉਹਦਾ ਪੋਸੀਬਲ ਸੋਲਿਊਸ਼ਨ ਲੱਭਦੇ ਹਾਂ ਤੇ ਉਹਨੂੰ ਇੰਪਲੀਮੈਂਟ ਕਰਦੇ ਹਾਂ। ਅੱਜ ਤੋਂ 25 ਸਾਲ ਪਹਿਲਾਂ, 20 ਸਾਲ ਪਹਿਲਾਂ ਸਾਨੂੰ ਇੱਕ ਐਜੂਕੇਸ਼ਨ ਸਿਸਟਮ 'ਚ ਪ੍ਰੋਬਲਮ ਨਜ਼ਰ ਆਈ ਸੀ, ਜਿਹਦੇ ਵਿੱਚ ਉਦੋਂ ਬਹੁਤ ਮਹਿੰਗੀ ਐਜੂਕੇਸ਼ਨ ਹੁੰਦੀ ਸੀ, NIT, ਟਿਊਲਿਪ ਵਗੈਰਾ, ਐਪਟੈਕ ਵਗੈਰਾ ਦੀਆਂ। ਉਦੋਂ ਅਸੀਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਇੱਕ ਮਾਡਲ ਦਿੱਤਾ ਸੀਗਾ, ਜਿਹੜਾ ਕਿ ਅਲਟੀਮੇਟਲੀ 15 ਸਾਲ ਬਹੁਤ ਹੀ ਤਰੱਕੀ ਉਹਨੇ ਕੀਤੀ। ਪੂਰੇ ਹਿੰਦੁਸਤਾਨ 'ਚ ਮਾਡਲ ਫੈਲਿਆ ਕਿ ਅਸੀਂ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਚਲਾਏ। ਦੈਟ ਮੀਨਸ ਕਿ NIT ਵਰਗੇ ਸੈਂਟਰਸ ਤੇ ਪੜ੍ਹਾਈ ਯੂਨੀਵਰਸਿਟੀ ਦੀ, ਡਿਗਰੀ ਯੂਨੀਵਰਸਿਟੀ ਦੀ, ਉਹਦੇ ਨਾਲ ਕੀ ਸੀਗਾ ਕਿ ਫੀਸ ਰਿਡਕਸ਼ਨ ਬਹੁਤ ਘੱਟ ਹੋ ਗਈ। ਸੋ ਉਸ ਪ੍ਰੋਜੈਕਟ ਨੂੰ ਸਾਡੀ ਪੂਰੀ ਟੀਮ ਨੇ 15 ਸਾਲ ਅਸੀਂ ਉਹਨੂੰ ਚਲਾਇਆ ਬਿਫੋਰ ਵੀ ਸ਼ਿਫਟਡ ਟੂ ਅਦਰ ਬਿਜ਼ਨਸਿਸ। ਸੋ ਸਾਨੂੰ ਇਹ ਕਲੀਅਰ ਹੋ ਗਿਆ ਕਿ ਇੱਕ ਕੋਈ ਵੀ ਤੁਸੀਂ ਸੋਸ਼ਲ ਪ੍ਰੋਬਲਮ ਚੱਕ ਲਓ, ਕੋਈ ਵੀ ਸਮੱਸਿਆ ਚੱਕ ਲਓ, ਉਹਦਾ ਮੈਚ ਮੇਕਿੰਗ ਸੋਲਿਊਸ਼ਨ ਲੱਭ ਲਓ ਤੇ ਤੁਹਾਨੂੰ ਇਮੀਡੀਏਟਲੀ ਇੱਕ ਉਹਦੇ 'ਚੋਂ ਬਿਜ਼ਨਸ ਮਾਡਲ ਜਾਂ ਇੱਕ ਰੋਰਿੰਗ ਸਟੋਰੀ ਜਿਹੜੀ ਹੈ ਉਹ ਤੁਹਾਨੂੰ ਮਿਲ ਜਾਂਦੀ ਹੈ ਉਹਦੇ ਵਿੱਚੋਂ। ਠੀਕ ਹੈ ਸਰ, ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਇਹ ਹੈਗੇ ਸੀ ਸਾਡੇ ਮਨਮੀਤ ਦੀਵਾਨ ਜੀ, ਜਿਨ੍ਹਾਂ ਨੇ ਬੜਾ ਕਲੀਅਰ ਸਾਨੂੰ ਇੱਕ ਤਾਂ ਸਾਡੀ ਅੱਖਾਂ 'ਚੋਂ ਵੀ ਪਰਦਾ ਚੱਕਿਆ, ਔਰ ਜੋ ਸਾਨੂੰ ਖੁਸ਼ੀ ਲੱਗੀ। ਆਏ ਦਿਨ ਐਂ ਲੱਗਦਾ ਹੈ ਕਿ ਬਹੁਤ ਸਾਰੇ ਲੋਕ, ਕਿਉਂਕਿ ਕਹਿੰਦੇ ਆ ਕਿ ਪੰਜਾਬੀ ਜਿੱਥੇ ਹੋਵੇ ਤੇ ਉਹਦੇ ਦਿਲ 'ਚ ਇਨਸਾਨੀਅਤ ਜ਼ਰੂਰ ਹੁੰਦੀ ਹੈ ਔਰ ਅੱਛਾਈ ਜ਼ਰੂਰ ਹੁੰਦੀ ਹੈ। ਇਹ ਮੈਂ ਨਹੀਂ ਕਹਿੰਦਾ, ਬਹੁਤ ਵੱਡੇ ਬਜ਼ੁਰਗ, ਬਹੁਤ ਸੀਨੀਅਰਸ ਜਿਨ੍ਹਾਂ ਤੋਂ ਅਸੀਂ ਵੀ ਸਿੱਖਦੇ ਹਾਂ, ਉਹ ਲੋਕ ਕਹਿੰਦੇ ਹੋ, ਔਰ ਅਕਸਰ ਆਪਣੇ ਵਕਤਵਯ 'ਚ, ਆਪਣੇ ਸੰਬੋਧਨ 'ਚ ਇਸ ਚੀਜ਼ ਨੂੰ ਜ਼ਰੂਰ ਉਹ ਕਲੀਅਰ ਕਰਦੇ ਆ, ਹਰ ਜਗ੍ਹਾ 'ਤੇ ਜਾ ਕੇ ਦੱਸਦੇ ਹੈ। ਸੋ ਮੈਨੂੰ ਵੀ ਅੱਜ ਇਹਨਾਂ ਦੀ ਗੱਲ ਤੋਂ ਇੱਕ ਚੀਜ਼ ਅੱਛੀ ਲੱਗੀ ਕਿ ਪੰਜਾਬੀਆਂ ਦੀ ਇੱਕ ਹੈਗੀ ਹੈ ਖਾਸੀਅਤ ਹੈ ਕਿ ਉਹ ਲੋਕਾਂ ਦੀ ਮਦਦ ਜ਼ਰੂਰ ਕਰਦੇ ਆ। ਇਸ ਲਈ ਆਏ ਦਿਨ ਕੋਈ ਨਾ ਕੋਈ ਹਰ ਇੰਡੀਵਿਜੂਅਲ ਜਾਂ 4 ਲੋਕ, 4 ਦੋਸਤ ਖੜੇ ਹੋ ਕੇ
ਇੱਕ ਐਨਜੀਓ ਖੋਲ੍ਹਦੇ ਸੀਗੇ, ਮੈਂ ਅੱਜ ਤੱਕ ਇਹ ਦੇਖਿਆ ਸੀ, ਪਰ ਉਹ ਜਿੱਦਾਂ ਕਿਹਾ ਕਿ ਅੱਜ ਆਈਡੀਏਸ਼ਨ ਔਰ ਅੱਜ ਕਨਸੈਪਟ ਦਾ ਜ਼ਮਾਨਾ, ਸੋ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਆਪਣੀ ਐਨਜੀਓ ਨਹੀਂ ਖੋਲ੍ਹਦੇ ਤਾਂ ਸ਼ਾਇਦ ਅੱਜ ਸਿਟੀ ਨੀਡ ਇੱਕ ਰਹਿ ਜਾਂਦੀ, ਪਰ ਇਹਨਾਂ ਨੇ ਇੱਕ ਆਈਡੀਏਸ਼ਨ ਕੀਤਾ। ਇਹਨਾਂ ਨੇ ਜਿਹੜੀ ਐਨਜੀਓਸ ਚੱਲ ਰਹੀਆਂ ਸੀ ਉਹਨਾਂ ਨੂੰ ਗੈਦਰ ਕੀਤਾ, ਉਹਨਾਂ ਦੀ ਇਨਫੋਰਮੇਸ਼ਨ ਗੈਦਰ ਕੀਤੀ, ਇੱਕ ਪਲੇਟਫਾਰਮ ਕ੍ਰੀਏਟ ਕੀਤਾ, ਉਹਨਾਂ ਲਈ ਇੱਕ ਮਾਰਕੀਟ ਪਲੇਸ ਕਰਤਾ। ਸੋ ਮੇਰੀ ਪਰਸਨਲ ਥਾਟ ਇਹ ਹੈ ਕਿ ਇਹਨਾਂ ਨੇ ਉਹ ਸਾਰਿਆਂ ਨੂੰ ਕਹਿੰਦੇ ਨੇ ਚੰਗਾ ਕੰਮ ਕਰਨ 'ਤੇ ਪੁੰਨ ਲੱਗਦਾ, ਅਤੇ ਇਹਨਾਂ ਨੇ ਉਹ ਸਾਰਿਆਂ ਦੇ ਵਿੱਚੋਂ ਥੋੜ੍ਹਾ ਪੁੰਨ ਲੈ ਲਿਆ ਅਤੇ ਇਹਨਾਂ ਦਾ ਬੈਲੈਂਸ ਵੱਧਦਾ ਜਾ ਰਿਹਾ। ਸੋ ਤੁਸੀਂ ਵੀ ਆਪਣਾ ਬੈਲੈਂਸ ਵਧਾਉਣਾ ਚਾਹੁੰਦੇ ਹੋ ਚੰਗੇ ਕੰਮਾਂ ਲਈ, ਤਾਂ ਕਿਉਂਕਿ ਅਸਲੀ ਜਿਵੇਂ ਬਜ਼ੁਰਗ ਕਹਿੰਦੇ ਆ ਲੇਖਾ ਜੋਖਾ ਤਾਂ ਉਹੀ ਹੈ, ਪੈਸੇ ਤਾਂ ਇੱਥੇ ਹੀ ਰਹਿ ਜਾਂਦੇ ਆ, ਜੋ ਅਸੀਂ ਦੇਖ ਵੀ ਲਿਆ ਕੋਵਿਡ ਦੀ ਲੜਾਈ 'ਚ। ਸੋ ਇਹ ਸੀ ਅੱਜ ਮਨਮੀਤ ਜੀ ਦੀਵਾਨ ਜੀ ਨਾਲ ਸਿਟੀ ਨੀਡਸ ਪ੍ਰਾਈਵੇਟ ਲਿਮਟਿਡ ਦੇ ਓਨਰ ਨਾਲ, ਨਾਟ ਐਨਜੀਓ ਨਾਲ, ਜਿਹੜਾ ਉਹਨਾਂ ਦੇ ਨਾਲ ਖਾਸ ਮੁਲਾਕਾਤ। ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਜ਼ਰੂਰ ਰੂਬਰੂ ਹੋਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ। ਜਨ ਹਿਤੈਸ਼ੀ, TRP ਨਹੀਂ ਖਰੀਦते, भरोसा जीतते हैं हम।